ਦੇਵੀ ਔਰ ਸੱਜਣੋ, ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ। ਅੱਜ ਤੁਹਾਡੇ ਲਈ ਬਹੁਤ ਹੀ ਨੌਲੇਜਫੁਲ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਇਸ ਵੀਡੀਓ ਦਾ ਨਾਮ ਹੈ ਨੌਲੇਜ ਰਿਗਾਰਡਿੰਗ ਇੰਡੀਅਨ ਕਰੰਸੀ, ਭਾਰਤੀ ਕਰੰਸੀ ਬਾਰੇ ਜਾਣਕਾਰੀ। ਅਸੀਂ ਸਾਰੇ ਪੈਸੇ ਨਾਲ ਪਿਆਰ ਕਰਦੇ ਹਾਂ। ਹਰੇਕ ਪਰਸਨ ਦੀ ਪੋਕਟ ਦੇ ਵਿੱਚ ਪੈਸੇ ਨੇ। ਹਰ ਬੰਦਾ ਕਹਿੰਦਾ ਹੈ ਕਿ ਮੇਰੇ ਕੋਲ ਪੈਸੇ ਬਹੁਤ ਸਾਰੇ ਹੋਣ। ਕੀ ਅਸੀਂ ਕਦੇ ਸੋਚਿਆ ਹੈ ਇਹ ਪੈਸੇ ਕਿੱਥੋਂ ਆਉਂਦੇ ਹਨ? ਇਹ ਪੈਸੇ ਕਿਵੇਂ ਪ੍ਰਿੰਟ ਹੁੰਦੇ ਹਨ? ਇਹ ਪੈਸੇ ਕਿੱਥੇ ਪ੍ਰਿੰਟ ਹੁੰਦੇ ਹਨ? ਕਰੰਸੀ ਨੋਟ ਕਿੱਥੇ ਪ੍ਰਿੰਟ ਹੁੰਦੇ ਹਨ? ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਕੁਆਇਨਸ ਨੇ, ਜਿਹੜੇ ਸਾਡੇ ਸਿੱਕੇ ਨੇ, ਉਹ ਕਿੱਥੇ ਪ੍ਰਿੰਟ ਹੁੰਦੇ ਹਨ? ਇਸ ਬਾਰੇ ਅਸੀਂ ਕਦੇ ਵੀ ਨਹੀਂ ਸੋਚਿਆ। ਆਓ ਇਸ ਬਾਰੇ ਤੁਹਾਨੂੰ ਬਹੁਤ ਹੀ ਨੌਲੇਜਫੁਲ ਜਾਣਕਾਰੀ ਦਿੰਦੇ ਹਾਂ। ਪਰ ਇਸ ਤੋਂ ਪਹਿਲਾਂ ਤੁਸੀਂ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਹੀਂ ਭੁੱਲਣਾ। ਇਸ ਨੂੰ ਲਾਈਕ ਕਰਨਾ ਹੈ ਔਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ। ਔਰ ਇਸ ਨੂੰ ਜਿੰਨਾ ਜ਼ਿਆਦਾ ਸ਼ੇਅਰ ਕਰੋਗੇ ਓਨਾ ਹੀ ਮੈਨੂੰ ਤੁਹਾਡਾ ਵੱਲੋਂ ਦਿੱਤਾ ਗਿਆ ਹੌਸਲਾ ਮਿਲੇਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਔਰ ਇਹ ਵਾਅਦਾ ਕਰੋ ਕਿ ਇਸ ਨੂੰ ਅਖੀਰ ਤੱਕ ਜ਼ਰੂਰ ਸੁਣੋਗੇ। ਦੇਵੀ ਔਰ ਸੱਜਣੋ, ਸਭ ਤੋਂ ਪਹਿਲਾਂ ਭਾਰਤ ਵਿੱਚ ਸੰਨ 1862 ਈਸਵੀ ਵਿੱਚ ਕਾਗਜ਼ ਦਾ ਨੋਟ ਛਾਪਿਆ ਗਿਆ। ਸੰਨ 1926 ਵਿੱਚ ਮਹਾਰਾਸ਼ਟਰ ਵਿੱਚ ਨਾਸਿਕ ਨਾਂ ਦੇ ਸਥਾਨ 'ਤੇ ਪਹਿਲੀ ਟਕਸਾਲ ਦੀ ਸਥਾਪਨਾ ਕੀਤੀ ਗਈ। ਅਸੀਂ ਅਕਸਰ ਹੀ ਸਟੂਡੈਂਟਸ ਤੋਂ ਕੁਐਸਚਨ ਪੁੱਛਦੇ ਹਾਂ ਕਿ ਭਾਰਤ ਦੇ ਜਿਹੜੇ ਨੋਟ ਨੇ ਉਹ ਕਿੱਥੇ ਛਪਦੇ ਹਨ? ਤਾਂ ਸਾਡਾ ਆਨਸਰ ਹੁੰਦਾ ਹੈ ਨਾਸਿਕ ਵਿੱਚ। ਇਕੱਲੇ ਨਾਸਿਕ ਵਿੱਚ ਹੀ ਨਹੀਂ ਛਪਦੇ, ਇਸ ਸੰਬੰਧੀ ਹੋਰ ਡਿਟੇਲ ਜਾਣਕਾਰੀ ਤੁਹਾਨੂੰ ਅੱਗੇ ਦਿੱਤੀ ਜਾ ਰਹੀ ਹੈ। ਭਾਰਤ ਵਿੱਚ RBI ਐਕਟ 1934 ਦੇ ਤਹਿਤ ਕਰੰਸੀ ਦੇ ਨੋਟ ਛਾਪੇ ਜਾਂਦੇ ਹਨ। ਭਾਰਤੀ ਕਰੰਸੀ ਦਾ ਮੌਜੂਦਾ ਸਾਈਨ ਰੁਪੀਸ ਦਾ ਤੁਹਾਡੀ ਸਕਰੀਨ ਦੇ ਸਾਹਮਣੇ ਹੈ। ਹਿੰਦੀ ਦਾ ਰੌ ਡਾਲ ਕੇ ਉਹਦੇ ਉੱਪਰ ਇੱਕ ਹੋਰ ਡੰਡਾ, ਦੋ ਡੰਡੇ ਨਜ਼ਰ ਆ ਰਹੇ ਹਨ। ਇਹ ਸਾਡੀ ਭਾਰਤੀ ਕਰੰਸੀ ਦਾ ਸਾਈਨ ਹੈ ਔਰ ਸਾਡੀ ਕਰੰਸੀ ਦਾ ਕੋਡ INR ਹੈ। ਔਰ ਪੈਸੇ ਦਾ ਸਾਈਨ, ਤੁਸੀਂ ਰੁਪੀਸ ਦਾ ਨਵਾਂ ਸਾਈਨ ਤਾਂ ਦੇਖਿਆ ਹੈ, ਪਰ ਹੋ ਸਕਦਾ ਹੈ ਪੈਸੇ ਦਾ ਸਾਈਨ ਨਾ ਦੇਖਿਆ ਹੋਏ। ਹਿੰਦੀ ਦਾ ਪੌ ਡਾਲ ਕੇ ਉਹਦੇ ਉੱਪਰ ਇੱਕ ਹੋਰ ਲਾਈਨ ਲਗਾਈ ਗਈ ਹੈ, ਇਹ ਹੈ ਪੈਸੇ ਦਾ ਸਾਈਨ। ਭਾਰਤੀ ਕਰੰਸੀ ਨੋਟ 'ਤੇ 15 ਭਾਸ਼ਾਵਾਂ ਦੇ ਵਿੱਚ, ਜੋ ਕਿ ਭਾਰਤੀ ਭਾਸ਼ਾਵਾਂ ਹਨ, ਅੰਕਿਤ ਹੁੰਦੀਆਂ ਹਨ। ਤੁਸੀਂ ਆਦੀ ਪੋਕਟ ਦੇ ਵਿੱਚੋਂ ਨੋਟ ਨਿਕਾਲ ਕੇ ਗਿਣ ਸਕਦੇ ਹੋ ਕਿ 15 ਭਾਰਤੀ ਭਾਸ਼ਾਵਾਂ ਦੇ ਵਿੱਚ ਲਿਖਿਆ ਹੋਇਆ ਹੈ। ਭਾਰਤ ਵਿੱਚ ਕਰੰਸੀ ਛਪਣ ਤੋਂ ਬਾਅਦ ਨੋਟ ਅਤੇ ਸਿੱਕੇ RBI ਵੱਲੋਂ ਸਥਾਪਿਤ ਕੀਤੇ 18 ਦਫ਼ਤਰਾਂ ਦੇ ਰਾਹੀਂ ਸਾਰੇ ਭਾਰਤ ਵਿੱਚ ਪਹੁੰਚਾਏ ਜਾਂਦੇ ਹਨ। ਜੇ ਮੈਂ ਗੱਲ ਕਰਾਂ ਆਪ ਸਭ ਸਾਡੇ ਬਿਲਕੁਲ ਨਜ਼ਦੀਕ, ਤਾਂ ਚੰਡੀਗੜ੍ਹ ਦੇ ਵਿੱਚ ਇਹ ਹੈੱਡ ਆਫਿਸ ਹੈ। ਉਹਨਾਂ 18 ਦੇ ਵਿੱਚੋਂ ਇੱਕ ਹੈ ਜਿਸ ਦੇ ਰਾਹੀਂ ਸਾਡੇ ਸਾਰੇ ਪੰਜਾਬ ਦੇ ਵਿੱਚ ਇਹ ਕਰੰਸੀ ਨੋਟ ਅਤੇ ਸਿੱਕੇ ਪਹੁੰਚਾਏ ਜਾਂਦੇ ਹਨ। ਸਾਥੀਓ, ਜਿਹੜੇ ਸਿੱਕੇ ਹਨ ਔਰ 1 ਰੁਪਏ ਵਾਲਾ ਨੋਟ ਹੈ, ਉਹ ਸੈਂਟਰ ਗੌਰਮੈਂਟ ਦੇ ਰਾਹੀਂ ਸੈਕਟਰੀ ਆਫ ਫਾਈਨਾਂਸ ਰਾਹੀਂ ਸਿੱਕੇ ਟਕਸਾਲ ਦੇ ਵਿੱਚ ਕੱਢੇ ਜਾਂਦੇ ਹਨ ਔਰ ਨੋਟ ਬਣਾਏ ਜਾਂਦੇ ਹਨ। ਬਟ ਬਾਕੀ ਸਾਰੇ ਇਸ ਤੋਂ ਉੱਪਰ ਵਾਲੇ ਨੋਟ RBI ਦੇ ਕੰਟਰੋਲ ਦੇ ਅੰਡਰ ਛਾਪੇ ਜਾਂਦੇ ਹਨ। ਭਾਰਤ ਦੇ ਵਿੱਚ ਨੋਟ ਛਾਪਣ ਵਾਲੀਆਂ 4 ਟਕਸਾਲਾਂ ਦੇ ਨਾਮ ਹਨ। ਸਭ ਤੋਂ ਪਹਿਲਾਂ ਤੁਹਾਡੀ ਸਕਰੀਨ 'ਤੇ ਹੈ ਨਾਸਿਕ, ਮਹਾਰਾਸ਼ਟਰ ਦੇ ਵਿੱਚ ਸੰਨ 1926 ਦੇ ਵਿੱਚ ਇਸ ਨੂੰ ਸਥਾਪਿਤ ਕੀਤਾ ਗਿਆ, ਜਿਹੜੀ ਕਿ ਕੇਂਦਰ ਸਰਕਾਰ ਦੇ ਅਧੀਨ ਹੈ। ਦੂਸਰੇ ਨੰਬਰ 'ਤੇ ਦਿਵਾਸ ਸਥਾਨ, ਜੋ ਕਿ ਮੱਧ ਪ੍ਰਦੇਸ਼ ਵਿੱਚ ਹੈ ਔਰ ਸੰਨ 1975 ਵਿੱਚ ਇਸ ਦੀ ਸਥਾਪਨਾ ਹੋਈ, ਜੋ ਕਿ ਕੇਂਦਰ ਸਰਕਾਰ ਦੇ ਅਧੀਨ ਹੈ। ਤੀਸਰੇ ਨੰਬਰ 'ਤੇ ਮੈਸੂਰ, ਜੋ ਕਿ ਕਰਨਾਟਕਾ ਵਿੱਚ ਸਥਿਤ ਹੈ। ਸੰਨ 1999 ਵਿੱਚ ਇਸ ਦੀ ਸਥਾਪਨਾ ਹੋਈ ਔਰ ਇਹ RBI ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧੀਨ ਹੈ। ਚੌਥੇ ਨੰਬਰ 'ਤੇ ਸਲਬੋਨੀ, ਜੋ ਕਿ ਵੈਸਟ ਬੰਗਾਲ ਵਿੱਚ ਹੈ। ਸੰਨ 2000 ਵਿੱਚ ਇਸ ਟਕਸਾਲ ਦੀ, ਨੋਟ ਛਾਪਣ ਵਾਲੀ ਟਕਸਾਲ ਦੀ ਸਥਾਪਨਾ ਹੋਈ, ਜੋ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧੀਨ ਹੈ। ਤਾਂ ਸਾਥੀਓ, ਭਾਰਤ ਦੇ ਵਿੱਚ 4 ਟਕਸਾਲਾਂ ਹਨ ਜੋ ਕਿ ਨੋਟ ਛਾਪਦੀਆਂ ਹਨ, ਜਿਨ੍ਹਾਂ ਦੇ ਵਿੱਚੋਂ 2 ਕੇਂਦਰ ਸਰਕਾਰ ਦੇ ਅਧੀਨ
ਤੇ 2 ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧੀਨ ਹਨ। ਇਸ ਤੋਂ ਅੱਗੇ ਰਿਜ਼ਰਵ ਬੈਂਕ ਆਫ ਇੰਡੀਆ 10,000 रुपये तक का नोट छाप सकता है, पर देवी और सज्जनों याद रखना, सेंटर गवर्नमेंट सरकार दी जो हुक्म होएगा, जो इजाज़त होएगी, RBI ਨੂੰ वो करना पेगा। ਤੁਹਾਨੂੰ याद होना है सन 2016 ਜਦੋਂ ਨੋਟਬੰਦੀ ਲੱਗੀ ਤਾਂ ਉਦੋਂ ਰਾਤੋਂ ਰਾਤ 80,000 ਦੇ ਨੋਟ ਜਮ੍ਹਾਂ ਕਰਾਏ। 1000 ਦਾ ਨੋਟ ਹੁਣ ਸਾਡੇ ਸਰਕੂਲੇਸ਼ਨ ਵਿੱਚ ਨਹੀਂ ਹੈ, ਇਸ ਨੋਟ ਨੂੰ ਬੰਦ ਕਰ ਦਿੱਤਾ ਗਿਆ ਹੈ। ਤੁਸੀਂ ਆਪਦਾ ਨੋਟ ਕੋਈ ਵੀ ਨੋਟ ਨਿਕਾਲ ਕੇ ਲਿਖੋ, ਨੋਟ ਦੇ ਉੱਪਰ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਦੇ ਸਾਈਨ ਕੀਤੇ ਹੁੰਦੇ ਹਨ ਔਰ ਹਿੰਦੀ ਦੇ ਵਿੱਚ ਇੱਕ ਸਾਈਡ ਤੇ ਇੰਗਲਿਸ਼ ਦੇ ਵਿੱਚ ਲਿਖਿਆ ਹੁੰਦਾ ਹੈ ਆਈ ਪ੍ਰੋਮਿਸ ਟੂ ਪੇ ਦੀ ਬੀਰੀਅਰ ਦੀ ਸਮ ਆਫ, ਜੇ 20 ਰੁਪੀज़ ਨੋਟ ਹੈ ਤਾਂ 20 ਰੁਪੀज़, 500 ਦਾ ਹੈ ਤਾਂ 500 ਰੁਪੀज़। ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਦਾ ਗਵਰਨਰ ਇਹ ਕਹਿੰਦਾ ਹੈ ਕਿ ਮੈਂ ਧਾਰਕ ਨੂੰ 50 ਰੁਪਏ ਅਦਾ ਕੀਤੇ ਦੀ ਕੀਮਤ ਦਿੰਦਾ ਹਾਂ। ਤਾਂ ਇਸ ਕਾਰਨ ਕਰਕੇ ਹੀ ਜਿਸ ਪਰਸਨ ਕੋਲ ਉਹ ਕਰੰਸੀ ਦਾ ਨੋਟ ਹੋਏਗਾ, ਰਿਜ਼ਰਵ ਬੈਂਕ ਆਫ ਇੰਡੀਆ ਉਸ ਨੂੰ ਭੁਗਤਾਨ ਕਰਨ ਦਾ ਜ਼ਿੰਮੇਵਾਰ ਹੋਏਗਾ। ਰਿਜ਼ਰਵ ਬੈਂਕ ਆਫ ਇੰਡੀਆ ਦੀ ਜ਼ਿੰਮੇਵਾਰੀ ਕੰਟੀਨਿਊ ਚੱਲਦੀ ਰਹਿੰਦੀ ਹੈ। ਇਸ ਵਾਸਤੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਕਦੇ ਵੀ ਡਿਫਾਲਟਰ ਘੋਸ਼ਿਤ ਨਹੀਂ ਕੀਤਾ ਜਾ ਸਕਦਾ। RBI ਨੂੰ ਕਰੰਸੀ ਨੋਟ ਛਾਪਣ ਦੇ ਲਈ ਯਾਦ ਰੱਖਣਾ 200 ਕਰੋੜ ਰੁਪਏ ਦਾ ਰਿਜ਼ਰਵ ਰੱਖਣਾ ਪੈਂਦਾ ਹੈ, ਜਿਸ ਦੇ ਵਿੱਚ 115 ਕਰੋੜ ਦਾ ਸੋਨਾ ਜਾਂ ਚਾਂਦੀ ਅਤੇ 85 ਕਰੋੜ ਦੀ ਵਿਦੇਸ਼ੀ ਕਰੰਸੀ ਇੱਕ ਵਾਰੀ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਜਦੋਂ RBI 200 ਕਰੋੜ ਦਾ ਇਹ ਰਿਜ਼ਰਵ ਰੱਖਦਾ ਹੈ ਤਾਂ ਇਸ ਤੋਂ ਬਾਅਦ ਉਹ ਕਰੰਸੀ ਜਿੰਨੀ ਕੁ ਸਾਡੀ GDP ਦੇ ਅਕੋਰਡਿੰਗ, GDP ਦਾ ਇੱਕ ਹੋਰ ਟੌਪਿਕ ਲੈ ਕੇ ਤੁਹਾਡੇ ਵਿੱਚ ਜਲਦੀ ਆਵਾਂਗੇ, ਬਸ ਤੁਸੀਂ ਇੰਨਾ ਹੀ ਧਿਆਨ ਰੱਖਣਾ ਹੈ ਕਿ 115 ਕਰੋੜ ਦਾ ਸੋਨਾ ਚਾਂਦੀ ਅਤੇ 85 ਕਰੋੜ ਦੀ ਵਿਦੇਸ਼ੀ ਕਰੰਸੀ ਇੱਕ ਵਾਰ ਰੱਖਣੀ ਜ਼ਰੂਰੀ ਹੁੰਦੀ ਹੈ। ਉਸ ਤੋਂ ਬਾਅਦ ਨੋਟ ਛਾਪੇ ਜਾ ਸਕਦੇ ਹਨ। ਇਹ ਰਿਜ਼ਰਵ ਰੱਖਣਾ RBI ਦੇ ਲਈ ਜ਼ਰੂਰੀ ਹੈ, ਕਿਉਂਕਿ ਪਿੱਛੇ ਗੱਲ ਕੀਤੀ ਹੈ ਕਿ RBI ਨੂੰ ਕਦੇ ਵੀ ਡਿਫਾਲਟਰ ਘੋਸ਼ਿਤ ਨਹੀਂ ਕੀਤਾ ਜਾ ਸਕਦਾ। ਇਸ ਵਾਸਤੇ ਇਹ ਰਿਜ਼ਰਵ ਬਣਾਉਣਾ ਬਹੁਤ ਜ਼ਰੂਰੀ ਹੈ। ਹੁਣ ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਜਿਹੜੇ ਨੋਟ ਹਨ, ਸਾਡੇ ਹੱਥ ਵਿੱਚ ਜਿਹੜੇ ਨੋਟ ਹਨ, ਸਾਡੇ ਪੋਕਟ ਵਿੱਚ ਜਿਹੜੇ ਨੋਟ ਹਨ, ਮੰਨ ਲਓ ਸਾਡੇ ਕੋਲ 10 ਰੁਪਏ ਦਾ ਨੋਟ ਹੈ, ਇਸ ਨੂੰ ਛਾਪਣ 'ਤੇ ਕਿੰਨਾ ਖਰਚ ਆਉਂਦਾ ਹੈ। ਬੜੀ ਹੀ ਮਹੱਤਵਪੂਰਨ ਜਾਣਕਾਰੀ ਹੈ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਜਾਣਕਾਰੀ ਨੂੰ ਬੜੇ ਔਰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋਗੇ। 10 ਰੁਪਏ ਦੇ ਨੋਟ ਨੂੰ ਛਾਪਣ ਲਈ ਦੇਵੀ ਔਰ ਸੱਜਣੋਂ 1 ਰੁਪਏ 1 ਪੈਸੇ ਦਾ ਖਰਚ ਆਉਂਦਾ ਹੈ। ਇਸੇ ਤਰ੍ਹਾਂ ਹੀ 20 ਰੁਪਏ ਦੇ ਨੋਟ ਅਤੇ 50 ਰੁਪਏ ਦੇ ਨੋਟ ਨੂੰ ਛਾਪਣ ਦਾ ਬਰਾਬਰ ਖਰਚਾ ਆਉਂਦਾ ਹੈ। 100 ਰੁਪਏ ਦੇ ਨੋਟ ਨੂੰ ਛਾਪਣ ਲਈ 1 ਰੁਪਏ 51 ਪੈਸੇ ਦਾ ਖਰਚ ਆਉਂਦਾ ਹੈ ਔਰ 200 ਰੁਪਏ ਦੇ ਨੋਟ ਨੂੰ ਛਾਪਣ ਲਈ 2 ਰੁਪਏ 93 ਪੈਸੇ ਖਰਚ ਆਉਂਦਾ ਹੈ ਔਰ 500 ਦੇ ਨੋਟ ਨੂੰ ਛਾਪਣ ਲਈ 2 ਰੁਪਏ 94 ਪੈਸੇ ਖਰਚ ਆਉਂਦਾ ਹੈ ਔਰ 2000 ਦੇ ਨੋਟ ਨੂੰ ਛਾਪਣ ਲਈ 3.54 ਰੁਪੀਜ਼ ਯਾਨੀ ਕਿ 3 ਰੁਪਏ 54 ਪੈਸੇ ਖਰਚ ਆਉਂਦਾ ਹੈ। ਇਹ ਤਾਂ ਸੀ ਸਾਡੇ ਕੋਲ ਕਿ ਜਿਹੜੀ ਪੇਪਰ ਕਰੰਸੀ ਹੈ ਉਸ ਕਿੱਥੇ ਛਪਦੀ ਹੈ, ਕਿਵੇਂ ਛਪਦੀ ਹੈ, ਉਸ ਨੂੰ ਛਾਪਣ ਲਈ ਕੀ ਖਰਚ ਆਉਂਦਾ ਹੈ। ਹੁਣ ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਸਿੱਕਿਆਂ ਦਾ ਪ੍ਰਚਲਨ ਬਹੁਤ ਹੈ। ਸਿੱਕੇ ਕਿੱਥੇ ਛਪਦੇ ਹਨ, ਸਿੱਕਿਆਂ ਦੀ ਕਿਹੜੀ ਟਕਸਾਲ ਹੈ। ਸਿੱਕਿਆਂ ਦੀਆਂ 4 ਟਕਸਾਲ ਹਨ, ਮੁੰਬਈ, ਹੈਦਰਾਬਾਦ, ਕੋਲਕਾਤਾ ਅਤੇ ਨੋਇਡਾ। ਹਰ ਸਿੱਕੇ ਦੇ ਸਾਲ ਦੇ ਥੱਲੇ ਇੱਕ ਨਿਸ਼ਾਨ ਛਪਿਆ ਹੁੰਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸਿੱਕਾ ਕਿਸ ਟਕਸਾਲ ਤੋਂ ਬਣਿਆ ਹੈ। ਦੇਵੀ ਔਰ ਸੱਜਣੋਂ, ਮੈਂ ਉਮੀਦ ਕਰਦਾ ਕਿ ਤੁਹਾਡੇ ਲਈ ਇਹ ਬਹੁਤ ਹੀ ਨੌਲੇਜਫੁਲ ਗੱਲ ਹੈ ਔਰ ਉਮੀਦ ਕਰਦਾ ਕਿ ਇਸ ਨੂੰ ਸੁਣਨ ਤੋਂ ਬਾਅਦ ਤੁਸੀਂ ਜ਼ਰੂਰ ਸ਼ੇਅਰ ਕਰੋਗੇ। ਜੇਕਰ ਸਨ ਦੇ ਥੱਲੇ ਟੁੱਟਿਆ ਹੋਇਆ ਡਾਇਮੰਡ ਨਜ਼ਰ ਆਏ ਤਾਂ ਯਾਦ ਰੱਖਣਾ ਉਹ ਹੈਦਰਾਬਾਦ ਦੀ ਟਕਸਾਲ ਤੋਂ ਬਣਿਆ ਹੋਇਆ ਸਿੱਕਾ ਹੈ। ਜੇਕਰ ਸਨ ਦੇ ਥੱਲੇ ਸਾਬਤ ਡਾਇਮੰਡ ਨਜ਼ਰ ਆਏ ਤਾਂ ਉਹ ਮੁੰਬਈ ਦੀ ਟਕਸਾਲ ਤੋਂ
ਬਣਿਆ ਹੁੰਦਾ ਹੈ। ਜੇਕਰ ਸਨ ਦੇ ਥੱਲੇ ਬਿੰਦੂ ਦਾ ਨਿਸ਼ਾਨ ਨਜ਼ਰ ਆਏ, ਡਾਟ ਦਾ ਨਿਸ਼ਾਨ ਨਜ਼ਰ ਆਏ, ਤਾਂ ਸਾਥੀਓ ਉਹ ਨੋਇਡਾ ਦੀ ਟਕਸਾਲ ਤੋਂ ਬਣਿਆ ਹੁੰਦਾ ਹੈ। ਜੇਕਰ ਕੋਲਕਾਤਾ ਦੀ ਟਕਸਾਲ ਤੋਂ ਕੋਈ ਸਿੱਕਾ ਬਣਿਆ ਹੈ ਤਾਂ ਉਸ ਦਾ ਸਨ ਦੇ ਨੀਚੇ ਕੋਈ ਵੀ ਨਿਸ਼ਾਨ ਨਹੀਂ ਹੁੰਦਾ। ਮੈਂ ਉਮੀਦ ਕਰਦਾ ਹਾਂ ਕਿ ਕਰੰਸੀ ਕਿਵੇਂ ਛਪਦੀ ਹੈ, ਕਿੱਥੇ ਛਪਦੀ ਹੈ, ਸਿੱਕੇ ਕਿਵੇਂ ਛਪਦੇ ਹਨ, ਕਿੱਥੇ ਛਪਦੇ ਹਨ, ਇਹਦੇ ਬਾਰੇ ਤੁਸੀਂ ਪੂਰੀ ਨੌਲੇਜ ਲੈ ਲਈ ਹੈ। ਔਰ ਥੈਂਕਸ ਫਾਰ ਵਾਚਿੰਗ ਦਿਸ ਵੀਡੀਓ। ਆਈ ਐਮ ਹੋਪਫੁਲ ਕਿ ਤੁਸੀਂ ਮੇਰੇ ਇਸ ਵੀਡੀਓ ਨੂੰ ਸ਼ੇਅਰ ਕਰੋਗੇ, ਲਾਈਕ ਕਰੋਗੇ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਹੋਰ ਨੌਲੇਜਫੁਲ ਵਾਲੀ ਵੀਡੀਓ ਲੈ ਕੇ ਦੁਬਾਰਾ ਮਿਲਾਂਗੇ। ਤਦ ਤੱਕ ਜੈ ਹਿੰਦ।